ਮੇਰਾ ਨਾਮ ਨੇਹਾ ਹੈ। ਮੈਂ ਰੋਜ਼ਾਨਾ ਦੀ ਤਰ੍ਹਾਂ ਬੱਚਿਆਂ ਨੂੰ ਪੜ੍ਹਾ ਰਹੀ ਸੀ ਜਦੋਂ ਮੇਰੇ ਫੋਨ ਤੇ ਕਾਲ ਆਉਣ ਲੱਗੀ। ਮੈਂ ਬਿਜੀ ਅੰਦਾਜ਼ ਵਿੱਚ ਆਪਣਾ ਮੋਬਾਈਲ ਕੱਢਿਆ, ਕਾਲ ਚੁੱਕ ਕੇ ਕੰਨ ਨਾਲ ਲਾਇਆ। ਇਸ ਦੇ ਨਾਲ ਹੀ ਮੈਂ ਬਲੈਕ ਬੋਰਡ ਤੇ ਲਿਖਦੀ ਰਹੀ। ਮੇਰੀ ਭੈਣ ਦਾ ਫੋਨ ਆਇਆ। ਉਸਨੇ ਦੱਸਿਆ ਕਿ ਮੇਰੇ ਸਹੁਰੇ ਘਰ ਆਏ ਸਨ। ਉਸਨੇ ਮੈਨੂੰ ਉਹਨਾਂ ਦੇ ਆਉਣ ਦੀ ਸੂਚਨਾ ਦਿੱਤੀ ਅਤੇ ਮੈਨੂੰ ਜਲਦੀ ਘਰ ਆਉਣ ਲਈ ਕਿਹਾ। ਮੈਂ ਠੀਕ ਹੈ ਕਹਿ ਕੇ ਕਾਲ ਕੱਟ ਦਿੱਤੀ ਅਤੇ ਆਪਣਾ ਕੰਮ ਜਲਦੀ ਪੂਰਾ ਕਰਨ ਲੱਗੀ। ਕਾਹਲੀ ਕਰਨ ਦੇ ਬਾਵਜੂਦ ਵੀ ਮੈਨੂੰ ਅੱਧੇ ਦਿਨ ਦੀ ਛੁੱਟੀ ਲੈਣ ਵਿੱਚ ਅੱਧਾ ਘੰਟਾ ਲੱਗ ਗਿਆ। ਜਿਵੇਂ ਹੀ ਮੈਂ ਸੜਕ ਤੇ ਪਹੁੰਚੀ, ਮੈਂ ਜਲਦੀ ਨਾਲ ਰਿਕਸ਼ਾ ਫੜਿਆ, ਉਸ ਨੂੰ ਆਪਣੇ ਘਰ ਦਾ ਪਤਾ ਦੱਸਿਆ ਅਤੇ ਉਸ ਨੂੰ ਜਲਦੀ ਜਾਣ ਲਈ ਕਿਹਾ ਅਤੇ ਆਪਣੀ ਮੰਗੇਤਰ ਨੂੰ ਫੋਨ ਕਰਨ ਲੱਗੀ। ਪਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੈਨੂੰ ਨਿਰਾਸ਼ਾ ਹੋਈ। ਮੈਨੂੰ ਨਹੀਂ ਪਤਾ ਕਿ ਮੇਰਾ ਮੰਗੇਤਰ ਅਜਿਹਾ ਕਿਉਂ ਕਰਦਾ ਸੀ। ਉਹ ਅਸਲ ਵਿੱਚ ਕਿਤੇ ਰੁੱਝਿਆ ਹੋਇਆ ਸੀ ਜਾਂ ਜਾਣ-ਬੁੱਝ ਕੇ ਮੇਰੀਆਂ ਕਾਲਾਂ ਨਹੀਂ ਚੁੱਕ ਰਿਹਾ ਸੀ। ਅੱਜ ਤੱਕ ਮੈਂ ਇਹ ਫੈਸਲਾ ਨਹੀਂ ਕਰ ਸਕੀ ਕਿ 3-4 ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਮੈਂ ਮੋਬਾਈਲ ਬੰਦ ਕਰਕੇ ਪਰਸ ਵਿੱਚ ਰੱਖ ਲਿਆ। ਕੁਝ ਸਮੇਂ ਬਾਅਦ ਮੈਂ ਆਪਣੇ ਘਰ ਪਹੁੰਚ ਗਈ। ਮੈਂ ਬੜੀ ਖੁਸ਼ੀ ਨਾਲ ਡਰਾਇੰਗ ਰੂਮ ਵਿੱਚ ਗਈ, ਪਰ ਅਗਲੇ ਹੀ ਪਲ ਮੇਰੀਆਂ ਸਾਰੀਆਂ ਖੁਸ਼ੀਆਂ ਅਲੋਪ ਹੋ ਗਈਆਂ। ਹੁਣ ਖੁਸ਼ੀ ਦੀ ਥਾਂ ਨਿਰਾਸ਼ਾ ਨੇ ਲੈ ਲਈ ਸੀ। ਮੈਂ ਜ਼ਬਰਦਸਤੀ ਮੁਸਕਰਾਉਂਦੀ ਹੋਈ ਅੰਦਰ ਚਲੀ ਗਈ ਤੇ ਸਤਿ ਸ਼੍ਰੀ ਅਕਾਲ ਕੀਤੀ ਤੇ ਫਿਰ ਮੁਸਕਰਾ ਕੇ ਆਪਣੀ ਸੱਸ ਕੋਲ ਜਾ ਕੇ ਬੈਠ ਗਈ। ਮੇਰਾ ਮੰਗੇਤਰ ਅੱਜ ਵੀ ਨਹੀਂ ਆਇਆ ਸੀ। ਨਾ ਜਾਣੇ ਉਸ ਨੂੰ ਤੰਗ ਕਰਕੇ ਕੀ ਮਿਲਦਾ ਸੀ। ਬਿਨਾਂ ਕਾਰਨ ਉਸ ਦਾ ਰਵੱਈਆ ਮੇਰੀ ਸਮਝ ਤੋਂ ਬਾਹਰ ਹੁੰਦਾ ਜਾ ਰਿਹਾ ਸੀ। ਨਾ ਤਾਂ ਉਹ ਕਦੇ ਫੋਨ ਤੇ ਗੱਲ ਕਰਦਾ ਸੀ ਅਤੇ ਨਾ ਹੀ ਉਹ ਕਦੇ ਮੈਨੂੰ ਮਿਲਣ ਆਉਂਦਾ ਸੀ। ਲੜਕੀ ਹੋਣ ਦੇ ਬਾਵਜੂਦ ਮੈਂ ਉਸ ਨੂੰ ਕਈ ਵਾਰ ਆਪਣੇ ਵੱਲੋਂ ਫੋਨ ਕੀਤਾ ਸੀ, ਪਰ ਉਸ ਨੂੰ ਕੋਈ ਪਰਵਾਹ ਨਹੀਂ ਸੀ। ਇੱਕ ਪਾਸੇ ਤਾਂ ਉਸ ਦੀ ਮਾਂ ਅਤੇ ਭੈਣਾਂ ਕਹਿੰਦੀਆਂ ਸਨ ਕਿ ਉਹ ਮੈਨੂੰ ਬਹੁਤ ਪਿਆਰ ਕਰਦਾ ਹੈ, ਪਰ ਅੱਜ ਤੱਕ ਮੈਂ ਅਜਿਹਾ ਕੁਝ ਨਹੀਂ ਦੇਖਿਆ ਜਿਸ ਨਾਲ ਮੈਨੂੰ ਵਿਸ਼ਵਾਸ ਹੋ ਜਾਵੇ ਕਿ ਉਹ ਮੈਨੂੰ ਪਿਆਰ ਕਰਦਾ ਹੈ। ਮੈਂ ਇਹ ਸੋਚ ਕੇ ਆਪਣੇ ਦਿਲ ਨੂੰ ਤਸੱਲੀ ਦਿੰਦੀ ਸੀ ਕਿ ਸ਼ਾਇਦ ਉਹ ਵਿਆਹ ਤੋਂ ਬਾਅਦ ਵਾਲੇ ਪਿਆਰ ਨੂੰ ਅਹਿਮੀਅਤ ਦਿੰਦਾ ਹੋ, ਅਤੇ ਅੱਜ ਵੀ ਮੈਂ ਇਹ ਸੋਚ ਕੇ ਆਪਣੇ ਆਪ ਨੂੰ ਤਸੱਲੀ ਦਿੱਤੀ। ਮੇਰੇ ਸਹੁਰੇ ਮੇਰੀ ਮੰਮੀ ਤੋਂ ਮੇਰੇ ਵਿਆਹ ਦੀ ਤਰੀਕ ਲੈਣ ਆਏ ਸਨ। ਮੈਨੂੰ ਇਹ ਸੁਣ ਕੇ ਬਹੁਤ ਖੁਸ਼ੀ ਹੋਈ। ਹੁਣ ਮੈਂ ਜਲਦੀ ਤੋਂ ਜਲਦੀ ਵਿਆਹ ਕਰਵਾ ਕੇ ਆਪਣੇ ਘਰ ਜਾਣਾ ਚਾਹੁੰਦੀ ਸੀ, ਪਰ ਮਾਂ ਦੇ ਜਵਾਬ ਨੇ ਮੇਰੀਆਂ ਸਾਰੀਆਂ ਇੱਛਾਵਾਂ ਤਬਾਹ ਕਰ ਦਿੱਤੀਆਂ ਸਨ। ਮੰਮੀ ਨੇ ਉਸ ਨੂੰ ਕਿਹਾ ਕਿ ਸਾਡੇ ਵਿਆਹ ਦੀ ਤਿਆਰੀਆਂ ਅਜੇ ਪੂਰੀਆਂ ਨਹੀਂ ਹੋਈਆਂ, ਇਸ ਲਈ ਉਹ ਅਜੇ ਤਰੀਕ ਨਹੀਂ ਦੇ ਸਕਦੀ। ਤਿਆਰੀਆਂ ਪੂਰੀਆਂ ਹੁੰਦੇ ਹੀ ਤੁਹਾਨੂੰ ਦੱਸ ਦੇਵਾਂਗੀ, ਮੇਰੀ ਸੱਸ ਨੇ ਜ਼ੋਰ ਦਿੱਤਾ। ਪਰ ਮੇਰੀ ਨਣਦ ਮੇਰੀ ਸੱਸ ਨੂੰ ਸਮਝਾਉਣ ਲੱਗੀ ਕਿ ਆਂਟੀ ਠੀਕ ਕਹਿ ਰਹੀ ਹੈ, ਸਾਨੂੰ ਥੋੜਾ ਹੋਰ ਸਬਰ ਕਰਨਾ ਚਾਹੀਦਾ ਹੈ। ਤੁਸੀਂ ਜਾਣਦੇ ਹੋ ਕਿ ਤਿਆਰੀਆਂ ਵਿੱਚ ਸਮਾਂ ਲੱਗਦਾ ਹੈ ਅਤੇ ਉਹਨਾਂ ਦੇ ਘਰ ਕੋਈ ਆਦਮੀ ਵੀ ਨਹੀਂ ਹੈ। ਉਹਨਾਂ ਨੂੰ ਸਾਰੀਆਂ ਤਿਆਰੀਆਂ ਇਕੱਲੇ ਹੀ ਕਰਨੀਆਂ ਹੈ, ਇਸ ਲਈ ਸਾਨੂੰ ਉਹਨਾਂ ਨੂੰ ਸਮਾਂ ਦੇਣਾ ਚਾਹੀਦਾ ਹੈ। ਨਣਦ ਦੀ ਗੱਲ ਸੁਣ ਕੇ ਮੈਨੂੰ ਅਹਿਸਾਸ ਹੋਇਆ ਕਿ ਉਹ ਬਹੁਤ ਬੁੱਧੀਮਾਨ ਹੈ। ਫਿਰ ਉਹ ਚਾਹ ਪੀ ਕੇ ਵਾਪਸ ਚਲੇ ਗਏ। ਉਹਨਾਂ ਦੇ ਜਾਂਦੇ ਹੀ ਮੇਰੀ ਮਾਂ ਨੇ ਮੇਰੇ ਸਾਹਮਣੇ ਹੱਥ ਜੋੜ ਕੇ ਕਹਿਣ ਲੱਗੀ, ਮੈਨੂੰ ਮਾਫ਼ ਕਰ ਦਿਓ, ਮੈਂ ਬੇਵਸ ਹਾਂ। ਸਾਡੇ ਘਰ ਵਿੱਚ ਤੇਰੇ ਸਿਵਾਏ ਹੋਰ ਕੋਈ ਪੈਸਾ ਕਮਾਉਣ ਵਾਲਾ ਨਹੀਂ ਹੈ। ਜੇ ਮੈਂ ਤੇਰਾ ਵਿਆਹ ਜਲਦੀ ਕਰਵਾ ਦਿੱਤਾ ਤਾਂ ਘਰ ਕੌਣ ਚਲਾਵੇਗਾ? ਕਿਰਪਾ ਕਰਕੇ ਮੇਰੀ ਬੇਵਸੀ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਪਰ ਮਾਂ ਦੀਆਂ ਗੱਲਾਂ ਸੁਣ ਕੇ ਮੈਂ ਉਸ ਨੂੰ ਜੱਫੀ ਪਾ ਲਈ। ਉਹ ਸਹੀ ਕਹਿ ਰਹੀ ਸੀ ਕਿ ਜੇ ਮੈਂ 1 ਸਾਲ ਹੋਰ ਇੰਤਜ਼ਾਰ ਕਰ ਲੈਂਦੀ ਤਾਂ ਮੇਰੀ ਭੈਣ ਦੀ ਗ੍ਰੈਜੂਏਸ਼ਨ ਪੂਰੀ ਹੋ ਜਾਂਦੀ। ਉਸ ਤੋਂ ਬਾਅਦ ਮੈਂ ਉਸ ਨੂੰ ਆਪਣੇ ਨਾਲ ਪੜ੍ਹਾਉਣ ਦੀ ਨੌਕਰੀ ਤੇ ਲਗਾ ਲੈਂਦੀ। ਮੈਂ ਵੀ ਇਸ ਸਕੂਲ ਵਿੱਚ 4 ਸਾਲਾਂ ਤੋਂ ਕੰਮ ਕਰ ਰਹੀ ਸੀ। ਖੈਰ, ਮੈਂ ਮੰਮੀ ਨੂੰ ਦਿਲਾਸਾ ਦਿੱਤਾ ਅਤੇ ਉਸ ਨੂੰ ਕਿਹਾ ਕਿ ਕੋਈ ਗੱਲ ਨਹੀਂ ਮੰਮੀ, ਮੈਂ ਉਡੀਕ ਕਰ ਲਵਾਂਗੀ। ਅਤੇ ਵੈਸੇ ਵੀ ਮੇਰੀ ਕੌਣ ਸੀ ਉਮਰ ਨਿਕਲੀ ਜਾ ਰਹੀ ਸੀ। ਮੈਂ ਹੁਣੇ 22 ਸਾਲਾਂ ਦੀ ਹੋਈ ਹਾਂ। 1 ਸਾਲ ਹੋਰ ਉਡੀਕ ਕਰਨ ਨਾਲ ਮੈਂ ਕਿਹੜਾ ਬੁੱਢੀ ਹੋ ਜਾਂਦੀ। ਭਾਂਡੇ ਧੋ ਕੇ ਕਮਰੇ ਵਿੱਚ ਚਲੀ ਗਈ। ਜਿਵੇਂ ਹੀ ਮੈਂ ਦਰਵਾਜ਼ਾ ਖੋਲ੍ਹ ਕੇ ਅੰਦਰ ਗਈ ਤਾਂ ਮੇਰੀ ਭੈਣ ਨੇ ਡਰ ਕੇ ਛਾਲ ਮਾਰ ਦਿੱਤੀ। ਮੈਂ ਹੈਰਾਨੀ ਨਾਲ ਉਸ ਵੱਲ ਦੇਖਿਆ, ਜਿਵੇਂ ਉਸ ਨੂੰ ਇੰਨੀ ਦਿਨੀ ਬਹੁਤ ਦੌਰੇ ਪੈ ਰਹੇ ਹੋਣ। ਬੈਠੇ ਬੈਠੇ ਚੌਂਕ ਜਾਂਦੀ। ਮੈਂ ਪਿਛਲੇ ਕਈ ਦਿਨਾਂ ਤੋਂ ਉਸਦੇ ਇਸ ਵਿਵਹਾਰ ਨੂੰ ਨੋਟ ਕਰ ਰਹੀ ਸੀ ਅਤੇ ਉਸਦੇ ਡਰ ਦਾ ਕਾਰਨ ਜਾਣਨਾ ਚਾਹੁੰਦੀ ਸੀ। ਜਦੋਂ ਮੈਂ ਉਸ ਨੂੰ ਪੁੱਛਿਆ ਤਾਂ ਉਹ ਹੈਰਾਨ ਹੋ ਗਈ। ਜਦੋਂ ਮੈਂ ਉਸ ਨੂੰ ਸਵਾਲ ਪੁੱਛਿਆ ਤਾਂ ਉਸਨੇ ਬੜੀ ਮੁਸ਼ਕਲ ਨਾਲ ਆਪਣੇ ਆਪ ਤੇ ਕਾਬੂ ਪਾਇਆ ਅਤੇ ਫਿਰ ਕਿਹਾ, ਮੈਂ ਉਹ ਡਰਾਉਣੀਆਂ ਕਹਾਣੀਆਂ ਪੜ੍ਹ ਰਹੀ ਸੀ ਅਤੇ ਇਸ ਲਈ ਮੈਂ ਡਰ ਗਈ।
ਮੈਂ ਲਗਾਤਾਰ ਉਸ ਦੀਆਂ ਅੱਖਾਂ ਵੱਲ ਝਾਕ ਰਹੀ ਸੀ, ਜਿਸ ਤਰ੍ਹਾਂ ਉਸਨੇ ਹਕਲਾਤੇ ਹੋਏ ਜਵਾਬ ਦਿੱਤਾ ਸੀ। ਉਸ ਦੀਆਂ ਅੱਖਾਂ ਅਤੇ ਜ਼ੁਬਾਨ ਬਿਲਕੁਲ ਵੀ ਉਸ ਦਾ ਸਾਥ ਨਹੀਂ ਦੇ ਰਹੀਆਂ ਸਨ। ਇਹ ਯਕੀਨੀ ਤੌਰ ਤੇ ਉਹ ਮੇਰੇ ਤੋਂ ਕੁਝ ਨਾ ਕੁਝ ਲੁਕਾ ਰਹੀ ਸੀ, ਪਰ ਮੈਂ ਉਸ ਸਮੇਂ ਬਹੁਤ ਥੱਕੀ ਹੋਈ ਸੀ। ਮੈਂ ਉਸ ਤੋਂ ਹੋਰ ਕੁਝ ਨਹੀਂ ਪੁੱਛਿਆ ਅਤੇ ਫਰੈਸ਼ ਹੋਣ ਲਈ ਵਾਸ਼ਰੂਮ ਵਿੱਚ ਚਲੀ ਗਈ। ਦਿਨ ਬੀਤ ਰਹੇ ਸਨ। ਇੱਕ ਦਿਨ ਮੈਂ ਸਟਾਫ ਰੂਮ ਵਿੱਚ ਬੈਠ ਕੇ ਸਾਰੇ ਬੱਚਿਆਂ ਦੀਆਂ ਕਾਪੀਆਂ ਚੈੱਕ ਕਰ ਰਹੀ ਸੀ। ਮੈਂ ਅੱਜ ਹੀ ਸਾਰੇ ਬੱਚਿਆਂ ਦੀਆਂ ਕਾਪੀਆਂ ਚੈੱਕ ਕਰਨੀਆਂ ਸਨ। ਅਸੀਂ ਸਕੂਲ ਜਾਣ ਤੋਂ ਪਹਿਲਾਂ ਆਪਣੇ ਫੋਨ ਸਾਈਲੈਂਟ ਕਰਕੇ ਕਾਊਂਟਰ ਤੇ ਜਮ੍ਹਾਂ ਕਰਵਾਉਂਦੇ ਹੁੰਦੇ ਸੀ। 2-3 ਘੰਟੇ ਬਾਅਦ ਕਾਪੀ ਚੈੱਕ ਕਰਨ ਤੋਂ ਬਾਅਦ ਮੈਂ ਸਟਾਫ ਰੂਮ ਤੋਂ ਬਾਹਰ ਆਈ ਤਾਂ ਕਾਊਂਟਰ ਤੇ ਮੈਨੂੰ ਦੱਸਿਆ ਕਿ ਤੁਹਾਡੀ ਮਾਂ ਦੀਆਂ 2-3 ਕਾਲ ਆਈ ਸੀ ਅਤੇ ਤੁਹਾਡੀ ਮਾਂ ਤੁਹਾਡੀ ਭੈਣ ਨਾਲ ਇੱਥੇ ਆਈ ਸੀ ਅਤੇ ਉਹ ਬਹੁਤ ਰੋ ਰਹੀ ਸੀ, ਪਰ ਤੁਸੀਂ ਪਰੇਸ਼ਾਨ ਕਰਨ ਦੀ ਮਨਾਹੀ ਕੀਤੀ ਸੀ, ਇਸ ਲਈ ਮੈਂ ਨਹੀਂ ਦੱਸਿਆ। ਉਸ ਦੀਆਂ ਗੱਲਾਂ ਸੁਣ ਕੇ ਮੈਂ ਬਹੁਤ ਪਰੇਸ਼ਾਨ ਹੋ ਗਈ। ਮੈਂ ਤੁਰੰਤ ਮੰਮੀ ਨੂੰ ਫੋਨ ਕੀਤਾ। ਮਾਂ ਬਹੁਤ ਰੋ ਰਹੀ ਸੀ। ਮੈਂ ਬਹੁਤ ਪਰੇਸ਼ਾਨ ਹੋ ਗਈ। ਮੈਂ ਆਪਣੀ ਮਾਂ ਨੂੰ ਪੁੱਛਿਆ ਕਿ ਕੀ ਹੋਇਆ ਅਤੇ ਉਸਨੇ ਰੋ ਕੇ ਮੈਨੂੰ ਘਰ ਆਉਣ ਲਈ ਕਿਹਾ। ਜਦੋਂ ਮੈਂ ਛੁੱਟੀ ਮੰਗੀ ਤਾਂ ਮੈਨੂੰ ਛੁੱਟੀ ਨਹੀਂ ਮਿਲੀ ਕਿਉਂਕਿ ਬੱਚਿਆਂ ਦੇ ਇਮਤਿਹਾਨ ਹੋਣ ਵਾਲੇ ਸਨ ਅਤੇ ਮੈਂ ਕੰਮ ਕਰਨਾ ਸੀ। ਹੁਣ ਮੈਨੂੰ ਦੁਪਹਿਰ ਤੱਕ ਉਡੀਕ ਕਰਨੀ ਪਈ। ਇਸ ਦੌਰਾਨ ਮੇਰਾ ਧਿਆਨ ਲਗਾਤਾਰ ਮਾਂ ਵੱਲ ਸੀ। ਸਮਾਂ ਬੀਤ ਨਹੀਂ ਰਿਹਾ ਸੀ। ਕਿਸੇ ਤਰ੍ਹਾਂ ਛੁੱਟੀ ਹੋਈ, ਬਿਨਾਂ ਕਿਸੇ ਦੇਰੀ ਦੇ। ਮੈਂ ਤੁਰੰਤ ਘਰ ਪਹੁੰਚ ਗਈ, ਜਿੱਥੇ ਮੈਨੂੰ ਉਸਦੇ ਕਮਰੇ ਵਿੱਚ ਮੇਰੀ ਭੈਣ ਦੇ ਚੀਕਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਮੇਰਾ ਦਿਲ ਚਕਨਾਚੂਰ ਹੋ ਗਿਆ। ਮੈਂ ਝੱਟ ਉਸਦੇ ਕਮਰੇ ਵਿੱਚ ਚਲੀ ਗਈ। ਸਾਹਮਣੇ ਦਾ ਨਜ਼ਾਰਾ ਦੇਖਦੇ ਹੀ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੇਰੀ ਮਾਂ ਮੇਰੇ ਸਾਹਮਣੇ ਮੇਰੀ ਭੈਣ ਨੂੰ ਬੁਰੀ ਤਰ੍ਹਾਂ ਕੁੱਟ ਰਹੀ ਸੀ। ਮੈਂ ਝੱਟ ਜਾ ਕੇ ਆਪਣੀ ਭੈਣ ਨੂੰ ਆਪਣੀ ਮਾਂ ਤੋਂ ਛੁਡਾਇਆ ਅਤੇ ਪੁੱਛਿਆ ਕਿ ਇਹ ਸਭ ਕੀ ਹੈ, ਤਾਂ ਮੇਰੀ ਮਾਂ ਨੇ ਕਿਹਾ, ਉਸ ਨੂੰ ਪੁੱਛੋ, ਉਹ ਇੰਨੀ ਛੋਟੀ ਉਮਰ ਵਿੱਚ ਮੂੰਹ ਕਾਲਾ ਕਰਕੇ ਆਈ ਹੈ। ਇਸ ਨੇ ਮੂੰਹ ਵਿਖਾਉਣ ਯੋਗ ਨਹੀਂ ਛੱਡਿਆ। ਮੈਂ ਲੋਕਾਂ ਨੂੰ ਕੀ ਜਵਾਬ ਦਿਆਂਗੀ। ਮੰਮੀ ਦੀਆਂ ਗੱਲਾਂ ਸੁਣ ਕੇ ਇੰਜ ਮਹਿਸੂਸ ਹੋਇਆ ਜਿਵੇਂ ਮੇਰੇ ਸਿਰ ਤੇ ਅਸਮਾਨ ਡਿੱਗ ਗਿਆ ਹੋਵੇ। ਮੈਂ ਆਪਣੀ ਭੈਣ ਵੱਲ ਦੇਖ ਰਹੀ ਸੀ, ਜੋ ਬਾਰ-ਬਾਰ ਰੋ ਰਹੀ ਸੀ, ਸਿਰ ਹਿਲਾ ਕੇ ਕਹਿ ਰਹੀ ਸੀ ਕਿ ਮੈਂ ਮਾੜੀ ਨਹੀਂ ਹਾਂ, ਮੈਂ ਕੁਝ ਨਹੀਂ ਕੀਤਾ। ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਸੀ। ਮੇਰੀ ਭੈਣ ਦੀ ਹਾਲਤ ਵੀ ਬਹੁਤ ਖਰਾਬ ਸੀ। ਮੈਂ ਹੈਰਾਨੀ ਨਾਲ ਭੈਣ ਵੱਲ ਦੇਖ ਰਹੀ ਸੀ। ਮੈਨੂੰ ਆਪਣੇ ਕੰਨਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਜੋ ਮੈਂ ਸੁਣਿਆ ਉਹ ਸੱਚ ਸੀ ਜਾਂ ਮੇਰੇ ਕੰਨ ਮੈਨੂੰ ਧੋਖਾ ਦੇ ਰਹੇ ਸਨ। ਮੈਂ ਸਭ ਕੁਝ ਇਨਕਾਰ ਕਰ ਦਿੰਦੀ, ਪਰ ਉਹ ਕਿਵੇਂ ਇਨਕਾਰ ਕਰਦੀ ਜੋ ਮੇਰੀਆਂ ਅੱਖਾਂ ਦੇਖ ਰਹੀਆਂ ਸਨ। ਇਹ ਮੇਰਾ ਕੋਈ ਸੁਪਨਾ ਜਾਂ ਭਰਮ ਨਹੀਂ ਸੀ, ਇਹ ਅਸਲੀਅਤ ਸੀ। ਇਹ ਇੱਕ ਅਜਿਹਾ ਹੜ੍ਹ ਸੀ ਜੋ ਸਾਡੀ ਜ਼ਿੰਦਗੀ ਵਿੱਚ ਆ ਗਿਆ ਸੀ ਅਤੇ ਹੁਣ ਕੌਣ ਜਾਣਦਾ ਹੈ ਕਿ ਇਹ ਤੂਫਾਨ ਸਾਡੀ ਜ਼ਿੰਦਗੀ ਵਿੱਚ ਕੀ ਕੁਝ ਲੈ ਕੇ ਆਉਣ ਵਾਲਾ ਸੀ। ਮੇਰਾ ਨਾਮ ਨੇਹਾ ਹੈ ਅਤੇ ਮੇਰੀ ਉਮਰ 26 ਸਾਲ ਹੈ। ਮੈਂ ਯੂਪੀ ਦੇ ਇੱਕ ਛੋਟੇ ਜਿਹੇ ਸ਼ਹਿਰ ਵਿੱਚ ਰਹਿੰਦੀ ਹਾਂ। ਮੈਂ ਇੱਥੇ ਪਿਛਲੇ 4 ਸਾਲਾਂ ਤੋਂ ਇਕੱਲੀ ਰਹਿ ਰਹੀ ਹਾਂ। ਮੇਰਾ ਵੀ ਕਦੇ ਇੱਕ ਪਰਿਵਾਰ ਸੀ ਜਿਸ ਲਈ ਮੈਂ ਆਪਣੀ ਜਾਨ ਕੁਰਬਾਨ ਕਰ ਦਿੰਦੀ ਸੀ, ਪਰ ਮੇਰੀ ਇੱਕ ਲਾਪਰਵਾਹੀ ਕਾਰਨ ਮੈਂ ਆਪਣਾ ਪਰਿਵਾਰ ਗੁਆ ਬੈਠੀ ਸੀ। ਕਈ ਵਾਰ ਹਾਲਾਤ ਇੰਨੇ ਔਖੇ ਹੋ ਜਾਂਦੇ ਹਨ ਕਿ ਉਹ ਤੁਹਾਡੇ ਵੱਸ ਤੋਂ ਬਾਹਰ ਹੋ ਜਾਂਦੇ ਹਨ। ਭਾਵੇਂ ਤੁਸੀਂ ਕੁਝ ਸਹੀ ਕਰਨ ਦੀ ਕੋਸ਼ਿਸ਼ ਕਰਦੇ ਹੋ, ਉਹ ਹਮੇਸ਼ਾ ਗਲਤ ਹੀ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਹਾਲਾਤ ਤੁਹਾਡੇ ਵਿਰੁੱਧ ਹੀ ਹੁੰਦੇ ਹਨ ਅਤੇ ਅਜਿਹੀ ਸਥਿਤੀ ਵਿੱਚ ਸਾਨੂੰ ਆਪਣਿਆਂ ਦੀ ਬਹੁਤ ਜ਼ਰੂਰਤ ਹੁੰਦੀ ਹੈ, ਪਰ ਅਜਿਹੀ ਸਥਿਤੀ ਵਿੱਚ ਆਪਣੇ ਹੀ ਸਾਥ ਛੱਡ ਦਿੰਦੇ ਹਨ। ਮੇਰੀ ਕਹਾਣੀ ਵੀ ਇਸੇ ਤਰ੍ਹਾਂ ਦੀ ਹੈ। ਮੈਂ 4 ਸਾਲ ਦੀ ਸੀ ਜਦੋਂ ਮੇਰੇ ਮਾਤਾ-ਪਿਤਾ ਵੱਖ ਹੋ ਗਏ ਸੀ। ਮੰਮੀ ਕਿਸੇ ਹੋਰ ਨੂੰ ਪਸੰਦ ਕਰਦੀ ਸੀ, ਪਰ ਨਾਨਾ ਜੀ ਨੇ ਜ਼ਬਰਦਸਤੀ ਉਸ ਦਾ ਵਿਆਹ ਮੇਰੇ ਪਿਤਾ ਜੀ ਨਾਲ ਕਰਵਾ ਦਿੱਤਾ ਸੀ। ਸਭ ਦਾ ਮੰਨਣਾ ਸੀ ਕਿ ਮਾਂ ਵਿਆਹ ਤੋਂ ਬਾਅਦ ਸਭ ਕੁਝ ਭੁੱਲ ਜਾਵੇਗੀ, ਪਰ ਮਾਂ ਕੁਝ ਨਹੀਂ ਭੁੱਲੀ ਸੀ। ਲੁਕ-ਛਿਪ ਉਹਨਾਂ ਨਾਲ ਉਹਨਾਂ ਦਾ ਰਿਸ਼ਤਾ ਕਾਇਮ ਰਿਹਾ। ਮੇਰਾ ਜਨਮ ਦਾ ਵੀ ਮੇਰੀ ਮਾਂ ਤੇ ਕੋਈ ਅਸਰ ਨਹੀਂ ਪਿਆ। ਮੇਰੇ ਜਨਮ ਤੋਂ ਬਾਅਦ ਵੀ ਉਸਨੇ ਮੇਰੀ ਦੇਖਭਾਲ ਨਹੀਂ ਕੀਤੀ। ਉਹ ਮੇਰੇ ਰੋਣ ਜਾਂ ਹੱਸਣ ਦੀ ਪਰਵਾਹ ਨਾ ਕਰਦੇ ਹੋਏ ਮੈਨੂੰ ਇੱਕ ਥਾਂ ਤੇ ਛੱਡ ਕੇ ਇੱਧਰ-ਉੱਧਰ ਘੁੰਮਦੀ ਰਹਿੰਦੀ ਸੀ। ਸ਼ੁਕਰ ਸੀ ਕਿ ਇਸ ਘਰ ਵਿੱਚ ਮੇਰੀ ਚਾਚੀ ਮੌਜੂਦ ਸੀ, ਜੋ 1 ਮਿੰਟ ਲਈ ਵੀ ਮੇਰਾ ਰੋਣਾ ਬਰਦਾਸ਼ਤ ਨਹੀਂ ਕਰਦੀ ਸੀ ਅਤੇ ਮੈਨੂੰ ਚੁੱਕ ਕੇ ਆਪਣੇ ਨਾਲ ਲੈ ਜਾਂਦੀ ਸੀ। ਉਸਨੇ ਮਾਂ ਵਾਂਗ ਮੇਰੀ ਦੇਖਭਾਲ ਕੀਤੀ। ਪਾਪਾ ਨੂੰ ਮੰਮੀ ਦੀਆਂ ਸਾਰੀਆਂ ਹਰਕਤਾਂ ਦਾ ਪਤਾ ਸੀ। ਉਸਨੇ ਮੇਰੀ ਮਾਂ ਨੂੰ ਸਮਝਾਉਣ ਦੀ ਕਈ ਵਾਰ ਕੋਸ਼ਿਸ਼ ਕੀਤੀ, ਪਰ ਮਾਂ ਪਿਤਾ ਨਾਲ ਨਹੀਂ ਰਹਿਣਾ ਚਾਹੁੰਦੀ ਸੀ। ਉਹ ਸਿਰਫ ਮੌਕਾ ਲੱਭ ਰਹੀ ਸੀ। ਇੱਕ ਦਿਨ ਉਸਨੂੰ ਮੌਕਾ ਮਿਲਿਆ। ਉਸੇ ਰਾਤ ਪਿਤਾ ਜੀ ਕਿਸੇ ਜ਼ਰੂਰੀ ਕੰਮ ਵਿੱਚ ਫਸ ਗਏ ਅਤੇ ਥੋੜੀ ਦੇਰ ਨਾਲ ਘਰ ਵਾਪਸ ਆਏ। ਫਿਰ ਮਾਂ ਪਿਤਾ ਜੀ ਦੇ ਸਾਹਮਣੇ ਖੜੀ ਹੋ ਗਈ ਅਤੇ ਚਲਾ-ਚਲਾ ਕੇ ਪਾਪਾ ਜੀ ਦੇ ਦੋਸ਼ ਲਗਾਉਣ
ਆਉਣ ਲੱਗੀ। ਪਾਪਾ ਨੇ ਆਪਣੇ ਆਪ ਨੂੰ ਬਹੁਤ ਕਾਬੂ ਕੀਤਾ, ਪਰ ਸ਼ਾਇਦ ਸਮਾਂ ਖਤਮ ਹੋ ਗਿਆ ਸੀ। ਪਾਪਾ ਦੀ ਸਾਰੀ ਬਰਦਾਸ਼ਤ ਹੁਣ ਖਤਮ ਹੋ ਚੁੱਕੀ ਸੀ ਤਾਂ ਪਾਪਾ ਨੇ ਖੜੇ ਖੜੇ ਮੇਰੀ ਮਾਂ ਨੂੰ ਤਲਾਕ ਦੇ ਦਿੱਤਾ। ਇੰਜ ਲੱਗ ਰਿਹਾ ਸੀ ਜਿਵੇਂ ਮੰਮੀ ਪਹਿਲਾਂ ਹੀ ਤਿਆਰ ਖੜੀ ਸੀ। ਉਸਨੇ ਝੱਟ ਆਪਣਾ ਸਮਾਨ ਬੰਨ੍ਹ ਲਿਆ ਅਤੇ ਘਰੋਂ ਚਲੀ ਗਈ। ਇਸ ਫੈਸਲੇ ਤੋਂ ਦੋਹਾਂ ਨੂੰ ਬਹੁਤ ਰਾਹਤ ਮਿਲੀ, ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਉਹਨਾਂ ਦਾ ਇਹ ਫੈਸਲਾ ਮੇਰੇ ਜੀਵਨ ਤੇ ਕਿੰਨਾ ਮਾੜਾ ਅਸਰ ਪਾਵੇਗਾ। ਮੇਰੀ ਸਾਰੀ ਜ਼ਿੰਮੇਵਾਰੀ ਆਂਟੀ ਤੇ ਆ ਗਈ, ਜਿਸ ਕਾਰਨ ਆਂਟੀ ਦੀ ਆਪਣੀ ਜ਼ਿੰਦਗੀ ਖਰਾਬ ਹੋ ਰਹੀ ਸੀ। 3 ਸਾਲ ਬਾਅਦ ਪਾਪਾ ਨੇ ਤਲਾਕਸ਼ੁਦਾ ਔਰਤ ਨਾਲ ਦੁਬਾਰਾ ਵਿਆਹ ਕਰ ਲਿਆ, ਜਿਸ ਦੇ ਪਤੀ ਨੇ ਵਿਆਹ ਤੋਂ 6 ਮਹੀਨੇ ਬਾਅਦ ਹੀ ਉਸ ਨੂੰ ਤਲਾਕ ਦੇ ਦਿੱਤਾ ਸੀ। ਪਹਿਲਾਂ ਮੈਂ ਉਹਨਾਂ ਕੋਲ ਜਾਣ ਤੋਂ ਬਹੁਤ ਡਰਦੀ ਸੀ, ਕਿਉਂਕਿ ਮੈਂ ਸਕੂਲ ਵਿੱਚ ਮਤਰੇਈ ਮਾਂ ਬਾਰੇ ਜੋ ਵੀ ਸੁਣਿਆ ਸੀ ਉਹ ਚੰਗਾ ਨਹੀਂ ਸੀ। ਪਰ ਉਹ ਔਰਤ ਬਹੁਤ ਹੀ ਸਮਝਦਾਰ ਅਤੇ ਸੁਲਝੀ ਹੋਈ ਔਰਤ ਸੀ। ਕੁਝ ਦਿਨਾਂ ਵਿੱਚ ਉਸਨੇ ਮੇਰੇ ਦਿਲ ਵਿੱਚ ਆਪਣੀ ਜਗ੍ਹਾ ਬਣਾ ਲਈ ਅਤੇ ਉਸਨੂੰ ਮੈਂ ਮੰਮੀ ਕਹਿਣ ਲੱਗ ਪਈ ਸੀ। ਮਾਂ ਅਤੇ ਮੇਰੀ ਚੰਗੀ ਸਾਂਝ ਸੀ। ਚਾਚਾ ਜੀ ਹੁਣ ਸ਼ਹਿਰ ਤੋਂ ਬਾਹਰ ਰਹਿੰਦੇ ਸੀ। ਉਹਨਾਂ ਨੇ ਚਾਚੀ ਅਤੇ ਬੱਚਿਆਂ ਨੂੰ ਵੀ ਆਪਣੇ ਕੋਲ ਬੁਲਾਇਆ ਸੀ। ਹੁਣ ਘਰ ਵਿੱਚ ਸਿਰਫ ਮੈਂ, ਮੰਮੀ ਅਤੇ ਡੈਡੀ ਰਹਿੰਦੇ ਸੀ। ਅਗਲੇ ਹੀ ਸਾਲ ਮੇਰੀ ਇੱਕ ਛੋਟੀ ਭੈਣ ਆ ਗਈ ਸੀ। ਉਸ ਦੇ ਆਉਣ ਨਾਲ ਇੰਜ ਲੱਗਦਾ ਸੀ ਜਿਵੇਂ ਸਾਡੀ ਜ਼ਿੰਦਗੀ ਪੂਰੀ ਹੋ ਗਈ ਹੋਵੇ। ਸਭ ਕੁਝ ਖੁਸ਼ੀ ਨਾਲ ਚੱਲ ਰਿਹਾ ਸੀ। ਇੱਕ ਦਿਨ ਸਾਡੀ ਜ਼ਿੰਦਗੀ ਵਿੱਚ ਤੂਫਾਨ ਆਇਆ, ਜਿਸ ਨੇ ਸਾਡਾ ਸਭ ਕੁਝ ਖੋਹ ਲਿਆ। ਉਸ ਸਮੇਂ ਮੇਰੀ ਛੋਟੀ ਭੈਣ ਸਿਰਫ 2 ਸਾਲ ਦੀ ਸੀ ਅਤੇ ਮੈਂ 10 ਸਾਲ ਦੀ ਸੀ, ਜਦੋਂ ਮੇਰੇ ਪਿਤਾ ਜੀ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਸਾਡੀ ਜ਼ਿੰਦਗੀ ਉੱਜੜ ਗਈ ਸੀ। ਹਰ ਕੋਈ ਮੇਰੀ ਮਾਂ ਨੂੰ ਮਨਹੂਸ ਕਹਿ ਰਹੇ ਸੀ, ਜੋ ਆਪਣੇ ਪਹਿਲੇ ਵਿਆਹ ਨੂੰ ਕਾਇਮ ਨਹੀਂ ਰੱਖ ਸਕੀ ਅਤੇ ਹੁਣ ਦੂਜੇ ਵਿਆਹ ਵਿੱਚ ਆਪਣੇ ਪਤੀ ਨੂੰ ਖਾ ਗਈ। ਹੁਣ ਲੋਕਾਂ ਨੇ ਜਿਉਣਾ ਮੁਸ਼ਕਲ ਕਰ ਦਿੱਤਾ ਸੀ। ਹੁਣ ਚਾਚੇ ਨਾਲ ਵੀ ਕੋਈ ਗੱਲ ਨਹੀਂ ਹੋ ਰਹੀ ਸੀ। ਆਖਰਕਾਰ ਮਾਂ ਨੂੰ ਘਰ ਵੇਚਣ ਲਈ ਮਜਬੂਰ ਹੋਣਾ ਪਿਆ ਅਤੇ ਅਸੀਂ ਉੱਥੋਂ ਇੱਕ ਪਿੰਡ ਵਿੱਚ ਚਲੇ ਗਏ। ਮਾਤਾ ਜੀ ਨੇ ਘਰ ਦੇ ਪੈਸੇ ਨਾਲ ਇੱਕ ਛੋਟਾ ਜਿਹਾ ਘਰ ਖਰੀਦਿਆ ਅਤੇ ਬਚੇ ਹੋਏ ਪੈਸੇ ਬਚਤ ਦੇ ਰੂਪ ਵਿੱਚ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੇ। ਮੇਰਾ ਦਾਖਲਾ ਇੱਥੋਂ ਦੇ ਇੱਕ ਸਕੂਲ ਵਿੱਚ ਹੋ ਗਿਆ ਸੀ। ਅਸੀਂ ਬਚਤਾਂ ਰਾਹੀਂ ਚੰਗੀ ਤਰ੍ਹਾਂ ਗੁਜ਼ਾਰਾ ਕਰ ਰਹੇ ਸੀ। ਬਚੇ ਹੋਏ ਪੈਸੇ ਨਾਲ ਸਿਰਫ 9 ਸਾਲ ਹੀ ਗੁਜ਼ਰੇ ਸਨ। ਮੰਮੀ ਨੂੰ ਸ਼ਾਇਦ ਇਹ ਪਤਾ ਸੀ ਕਿ ਇਹ ਪੈਸਾ ਸਿਰਫ ਇੰਨਾ ਹੀ ਚੱਲੇਗਾ। ਫਿਰ ਉਸਨੇ ਲੋਕਾਂ ਦੇ ਕੱਪੜਿਆਂ ਦੀ ਕਢਾਈ ਕਰਨੀ ਸ਼ੁਰੂ ਕਰ ਦਿੱਤੀ, ਪਰ ਕਢਾਈ ਦੇ ਪੈਸਿਆਂ ਨਾਲ ਕਿੱਥੋਂ ਘਰ ਚੱਲਦੇ ਹਨ। ਜੇ ਮੈਂ ਮਾਂ ਨੂੰ ਅਜਿਹਾ ਕਰਨ ਲਈ ਮਜਬੂਰ ਦੇਖਦੀ ਤਾਂ ਮੈਨੂੰ ਬਹੁਤ ਬੁਰਾ ਲੱਗਦਾ। ਮੈਂ ਅੰਗਰੇਜ਼ੀ ਵਿੱਚ ਗ੍ਰੈਜੂਏਸ਼ਨ ਕੀਤੀ ਅਤੇ ਇੱਕ ਸਕੂਲ ਵਿੱਚ ਅਧਿਆਪਕ ਦੀ ਨੌਕਰੀ ਕਰਨ ਲੱਗੀ। ਅੱਗੇ ਦੀ ਪੜ੍ਹਾਈ ਮੇਰੇ ਵੱਸ ਤੋਂ ਬਾਹਰ ਸੀ, ਇਸ ਲਈ ਮੈਂ ਆਪਣੀ ਪੜ੍ਹਾਈ ਛੱਡ ਦਿੱਤੀ। ਜਦੋਂ ਕਿ ਮੈਂ ਆਪਣੀ ਛੋਟੀ ਭੈਣ ਹੀਨਾ ਦਾ ਇੱਕ ਪ੍ਰਾਈਵੇਟ ਸਕੂਲ ਵਿੱਚ ਦਾਖਲਾ ਕਰਵਾ ਦਿੱਤਾ। ਮੇਰੀ ਕੋਸ਼ਿਸ਼ ਸੀ ਕਿ ਜਿਸ ਤਰ੍ਹਾਂ ਮੇਰੀ ਮਾਂ ਮੈਨੂੰ ਆਪਣੀ ਸਕੀ ਮਾਂ ਨਾਲੋਂ ਵੱਧ ਪਿਆਰ ਕਰਦੀ ਸੀ, ਹੁਣ ਮੇਰਾ ਫਰਜ਼ ਬਣਦਾ ਸੀ ਕਿ ਮੈਂ ਹੀਨਾ ਨੂੰ ਚੰਗੀ ਸਿੱਖਿਆ ਦੇ ਕੇ ਉਸ ਨੂੰ ਚੰਗੀ ਥਾਂ ਤੇ ਪਹੁੰਚਾਵਾਂ। ਉਹਨਾਂ ਨੇ ਮੈਨੂੰ ਨੌਕਰੀ ਕਰਨ ਤੋਂ ਬਹੁਤ ਰੋਕਿਆ, ਪਰ ਤਨਖਾਹ 20,000 ਰੁਪਏ ਮਹੀਨਾ ਸੀ। ਜੇ ਮੈਂ ਉਸ ਵੇਲੇ ਆਪਣੀ ਮਾਂ ਦੀ ਗੱਲ ਮੰਨ ਕੇ ਨੌਕਰੀ ਛੱਡ ਦਿੱਤੀ ਹੁੰਦੀ ਤਾਂ ਮੈਨੂੰ ਇੰਨੀ ਚੰਗੀ ਨੌਕਰੀ ਕਿੱਥੇ ਮਿਲਣੀ ਸੀ। ਫਿਰ ਸਮਾਂ ਆਪਣੀ ਰਫ਼ਤਾਰ ਨਾਲ ਅੱਗੇ ਵਧਦਾ ਗਿਆ ਅਤੇ ਜਦੋਂ ਮੈਂ 21 ਸਾਲ ਦੀ ਹੋ ਗਈ ਤਾਂ ਮੇਰਾ ਰਿਸ਼ਤਾ ਆ ਗਿਆ। ਉਸ ਦਾ ਛੋਟਾ ਜਿਹਾ ਪਰਿਵਾਰ ਸੀ। ਉਹ ਇੱਕ ਭੈਣ ਦਾ ਇਕਲੌਤਾ ਭਰਾ ਸੀ। ਭੈਣ ਦਾ ਵਿਆਹ ਹੋ ਗਿਆ ਸੀ। ਹੁਣ ਉਸ ਦੇ ਮਾਤਾ ਪਿਤਾ ਅਤੇ ਆਪ ਘਰ ਵਿੱਚ ਸਨ। ਉਹ ਉਸੇ ਗਲੀ ਦੇ ਪਿੱਛੇ ਰਹਿੰਦੇ ਸੀ। ਮੰਮੀ ਨੂੰ ਇਹ ਰਿਸ਼ਤਾ ਪਸੰਦ ਸੀ, ਇਸੇ ਲਈ ਉਸਨੇ ਵਿਆਹ ਲਈ 1 ਸਾਲ ਦਾ ਸਮਾਂ ਮੰਗਿਆ ਅਤੇ ਮੇਰੀ ਮੰਗਣੀ ਕਰਵਾ ਦਿੱਤੀ। ਮੇਰਾ ਮੰਗੇਤਰ ਸਿਰਫ 10 ਮਿੰਟ ਲਈ ਮੰਗਣੀ ਲਈ ਆਇਆ ਸੀ, ਫਿਰ ਉਹ ਕੋਈ ਜ਼ਰੂਰੀ ਕੰਮ ਦਾ ਕਹਿ ਕੇ ਚਲਾ ਗਿਆ। ਸਾਡੇ ਨੰਬਰ ਵੀ ਮੇਰੀ ਨਣਦ ਦੇ ਜ਼ਰੀਏ ਬਦਲੇ ਗਏ ਸਨ, ਪਰ ਮੇਰੇ ਮੰਗੇਤਰ ਨੇ ਕਦੇ ਮੈਨੂੰ ਖੁਦ ਫੋਨ ਨਹੀਂ ਕੀਤਾ। ਸ਼ੁਰੂ ਵਿੱਚ ਮੈਨੂੰ ਇਸ ਬਾਰੇ ਬਹੁਤਾ ਮਹਿਸੂਸ ਨਹੀਂ ਹੋਇਆ, ਪਰ ਹੁਣ ਮੈਨੂੰ ਮੇਰੇ ਮੰਗੇਤਰ ਦੁਆਰਾ ਮੈਨੂੰ ਨਜ਼ਰ ਅੰਦਾਜ਼ ਕਰਨਾ ਬਹੁਤ ਬੁਰਾ ਲੱਗਦਾ ਸੀ, ਪਰ ਮੈਂ ਬਰਦਾਸ਼ਤ ਕਰ ਲੈਂਦੀ ਸੀ। ਉਹਨਾਂ ਲੋਕਾਂ ਨੂੰ ਦਿੱਤਾ ਸਮਾਂ ਖਤਮ ਹੋ ਗਿਆ ਸੀ। ਉਹ ਵਿਆਹ ਦੀ ਤਰੀਕ ਤੈਅ ਕਰਨ ਆਏ ਸਨ ਅਤੇ ਮਾਂ ਨੇ ਕੁਝ ਹੋਰ ਸਮਾਂ ਮੰਗਿਆ, ਪਰ ਮੇਰੇ ਮੰਗੇਤਰ ਨੇ ਇਸ ਬਾਰੇ ਕੁਝ ਨਹੀਂ ਕਿਹਾ ਸੀ। ਮੇਰੀ ਭੈਣ ਹੁਣ 9ਵੀਂ ਕਲਾਸ ਵਿੱਚ ਸੀ ਅਤੇ 13 ਸਾਲ ਦੀ ਸੀ। ਮੈਂ ਅਤੇ ਮੰਮੀ ਉਸ ਦਾ ਬਹੁਤ ਖਿਆਲ ਰੱਖਦੇ ਸਨ। ਉਸ ਦੀ ਹਰ ਇੱਛਾ ਪੂਰੀ ਕਰਦੇ ਸੀ। ਅਸੀਂ ਉਸ ਨੂੰ ਕਦੇ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਉਹ ਬਹੁਤ ਲਾਡਲੀ ਸੀ। ਜੋ ਅੱਜ ਮੈਂ ਇਹ ਖਬਰ ਸੁਣੀ ਸੀ, ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ
ਕਿ ਹੁਣ ਮੈਂ ਕੀ ਕਰਾਂ ਅਤੇ ਸਾਡੀ ਪਰਵਰਿਸ਼ 'ਚ ਕਿਹੜੀ ਕਮੀ ਰਹਿ ਗਈ ਸੀ ਅਤੇ ਅਸੀਂ ਕਿਹੜੀ ਗਲਤੀ ਕੀਤੀ ਕਿ ਉਸ ਨੇ ਇੰਨਾ ਵੱਡਾ ਕਦਮ ਚੁੱਕ ਲਿਆ। ਮੇਰੀ ਮਾਂ ਨੇ ਜੋ ਮੈਨੂੰ ਗੱਲ ਦੱਸੀ ਸੀ ਉਸ ਨੂੰ ਸੁਣ ਕੇ ਮੈਂ ਹੋਸ਼ ਵਿੱਚ ਨਾ ਰਹੀ। ਮੰਮੀ ਨੇ ਦੱਸਿਆ ਕਿ ਜਦੋਂ ਉਹ ਸਕੂਲ ਤੋਂ ਵਾਪਸ ਆਈ ਤਾਂ ਉਹ ਬਹੁਤ ਬਿਮਾਰ ਸੀ। ਉਸ ਨੂੰ ਚੱਕਰ ਆ ਰਹੇ ਸੀ ਅਤੇ ਉਸ ਦੇ ਪੇਟ ਵਿੱਚ ਵੀ ਦਰਦ ਹੋ ਰਿਹਾ ਸੀ। ਫਿਰ ਮੰਮੀ ਨੇ ਮੈਨੂੰ ਫੋਨ ਕੀਤੇ, ਪਰ ਜਦੋਂ ਮੇਰੀ ਮੰਮੀ ਨਾਲ ਗੱਲ ਨਹੀਂ ਹੋਈ ਤਾਂ ਉਹ ਉਸ ਨੂੰ ਹਸਪਤਾਲ ਲੈ ਗਈ। ਉਸ ਦੀ ਹਾਲਤ ਦੇਖ ਕੇ ਡਾਕਟਰ ਨੂੰ ਸ਼ੱਕ ਹੋ ਗਿਆ ਤਾਂ ਉਸ ਨੇ ਕੁਝ ਟੈਸਟ ਕਰਵਾਏ। ਜਦੋਂ ਟੈਸਟ ਦੀ ਰਿਪੋਰਟ ਪੋਜ਼ਿਟਿਵ ਆਈ ਤਾਂ ਡਾਕਟਰ ਦਾ ਸ਼ੱਕ ਹਕੀਕਤ ਵਿੱਚ ਬਦਲ ਗਿਆ। ਉਹ ਰਿਪੋਰਟ ਮੇਰੀ 16 ਸਾਲ ਦੀ ਭੈਣ ਦੇ ਮਾਂ ਬਣਨ ਦੀ ਖਬਰ ਸੁਣਾ ਰਹੀ ਸੀ। ਮੈਂ ਬੜੀ ਮੁਸ਼ਕਲ ਨਾਲ ਆਪਣੇ ਆਪ ਨੂੰ ਕਾਬੂ ਕੀਤਾ ਅਤੇ ਆਪਣੀ ਭੈਣ ਨੂੰ ਪੁੱਛਣ ਲਈ ਉਸ ਵੱਲ ਵਧੀ। ਉਸ ਨੇ ਅਜਿਹਾ ਕਿਉਂ ਕੀਤਾ? ਉਸ ਦੇ ਚਰਿੱਤਰ ਤੇ ਇੰਨਾ ਵੱਡਾ ਦਾਗ ਕਿਵੇਂ ਲੱਗ ਗਿਆ? ਅੱਜ ਮੇਰਾ ਸਵਾਲ ਮੇਰੇ ਮੂੰਹ ਵਿੱਚ ਹੀ ਸੀ ਜਦੋਂ ਉਹ ਅਚਾਨਕ ਆਪਣੀ ਜਗ੍ਹਾ ਤੋਂ ਉੱਠ ਕੇ ਰੋਣ ਲੱਗੀ ਅਤੇ ਕਹਿਣ ਲੱਗੀ ਕਿ ਮੈਂ ਬੇਕਸੂਰ ਹਾਂ, ਮੈਂ ਸ਼ੁੱਧ ਹਾਂ। ਇਹ ਕਹਿੰਦੇ ਹੀ ਉਹ ਭੱਜ ਕੇ ਦੂਜੇ ਕਮਰੇ ਵਿੱਚ ਚਲੀ ਗਈ। ਉਸ ਨੇ ਕਮਰੇ ਨੂੰ ਅੰਦਰੋਂ ਬੰਦ ਕਰ ਲਿਆ। ਮੈਂ ਮੰਮੀ ਨੂੰ ਉਠਾ ਕੇ ਕਮਰੇ ਵਿੱਚ ਲੈ ਗਈ। ਮੰਮੀ ਕਿਸੇ ਵੀ ਤਰੀਕੇ ਨਾਲ ਸੰਭਲਣ ਦੇ ਯੋਗ ਨਹੀਂ ਸੀ। ਝਟਕਾ ਬਹੁਤ ਵੱਡਾ ਸੀ। ਮੰਮੀ ਨੇ ਸੋਚਣ ਅਤੇ ਸਮਝਣ ਦੀ ਆਪਣੀ ਸਮਰੱਥਾ ਗਵਾ ਦਿੱਤੀ ਸੀ। ਪਰ ਮੈਨੂੰ ਸਮਝਦਾਰੀ ਤੋਂ ਕੰਮ ਲੈਣਾ ਪਿਆ ਅਤੇ ਇਸ ਸਮੱਸਿਆ ਤੋਂ ਬਾਹਰ ਨਿਕਲਣ ਲਈ ਕੋਈ ਹੱਲ ਲੱਭਣਾ ਪਿਆ। ਮੈਂ ਜਾ ਕੇ ਆਪਣੀ ਭੈਣ ਦੇ ਕਮਰੇ ਦਾ ਦਰਵਾਜ਼ਾ ਕਈ ਵਾਰ ਖੜਕਾਇਆ, ਪਰ ਉਸ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਮੈਂ ਉਸ ਨੂੰ ਪੁੱਛਣਾ ਚਾਹੁੰਦੀ ਸੀ ਕਿ ਉਸ ਤੇ ਕਿਸ ਨੇ ਜ਼ੁਲਮ ਕੀਤਾ ਜਾਂ ਉਹ ਖੁਦ ਹੀ, ਪਰ ਇੰਨੀ ਛੋਟੀ ਕੁੜੀ ਅਜਿਹਾ ਕਿਵੇਂ ਕਰ ਸਕਦੀ ਹੈ? ਇਹ ਗੱਲ ਮੇਰੀ ਸਮਝ ਤੋਂ ਬਾਹਰ ਸੀ। ਥੱਕ ਹਾਰ ਕੇ ਮੈਂ ਆਪਣੇ ਕਮਰੇ ਵਿੱਚ ਆ ਗਈ। ਅਗਲੀ ਸਵੇਰ ਉਹ ਮੇਰੇ ਜਾਗਣ ਤੋਂ ਪਹਿਲਾਂ ਹੀ ਸਕੂਲ ਚਲੀ ਗਈ ਸੀ। ਮੈਂ ਵੀ ਮੰਮੀ ਨੂੰ ਆਰਾਮ ਕਰਨ ਲਈ ਕਿਹਾ ਅਤੇ ਆਪ ਸਕੂਲ ਆ ਗਈ। ਮੇਰਾ ਸਾਰਾ ਦਿਨ ਖਰਾਬ ਮੂਡ ਵਿੱਚ ਸੀ। ਬਦਨਾਮੀ ਦਾ ਡਰ ਸਿਰ ਚੜ੍ਹ ਕੇ ਬੋਲ ਰਿਹਾ ਸੀ। ਜਦੋਂ ਮੈਂ ਇਹ ਮਾਮਲਾ ਆਪਣੇ ਸਾਥੀ ਨੂੰ ਦੱਸਿਆ ਤਾਂ ਉਸਨੇ ਮੈਨੂੰ ਕਿਹਾ ਕਿ ਇਹ ਤਾਂ ਸ਼ੁਰੂਆਤ ਹੈ, ਤੁਸੀਂ ਆਪਣੀ ਭੈਣ ਦਾ ਗਰਭਪਾਤ ਕਰਵਾ ਲਓ। ਮੈਂ ਘਰ ਜਾ ਕੇ ਆਪਣੀ ਮਾਂ ਅਤੇ ਭੈਣ ਨਾਲ ਗੱਲ ਕੀਤੀ, ਪਰ ਮੇਰੀ ਭੈਣ ਪੂਰੀ ਤਰ੍ਹਾਂ ਅੜ ਗਈ। ਉਹ ਇਹ ਕਿਸੇ ਵੀ ਤਰ੍ਹਾਂ ਨਹੀਂ ਚਾਹੁੰਦੀ ਸੀ। ਉਹ ਨਾ ਤਾਂ ਬਦਨਾਮੀ ਤੋਂ ਡਰਦੀ ਸੀ ਅਤੇ ਨਾ ਹੀ ਆਪਣੇ ਚਰਿੱਤਰ ਦੇ ਕਿਸੇ ਦਾਗ ਤੋਂ, ਪਰ ਬਹੁਤ ਆਰਾਮ ਨਾਲ ਬੈਠੀ ਸੀ, ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਜੇ ਮੇਰੇ ਸਹੁਰਿਆਂ ਨੂੰ ਇਸ ਬਾਰੇ ਕੋਈ ਸੁਰਾਗ ਵੀ ਹੁੰਦਾ ਤਾਂ ਉਹ ਰਿਸ਼ਤੇ ਨੂੰ ਖਤਮ ਕਰਨ ਲਈ ਇੱਕ ਸਕਿੰਟ ਵੀ ਬਰਬਾਦ ਨਾ ਕਰਦੇ। ਇਸ ਝੰਜਟ ਨੂੰ ਖਤਮ ਕਰਨ ਲਈ ਮੈਨੂੰ ਕੁਝ ਵੀ ਕਰਨਾ ਪੈਂਦਾ, ਕਿਉਂਕਿ ਇਹ ਸਾਡੇ ਲਈ ਬਦਨਾਮੀ ਤੋਂ ਇਲਾਵਾ ਕੁਝ ਨਹੀਂ ਸੀ। ਜਿੰਨਾ ਹੀ ਇਸ ਮਾਮਲੇ ਨੂੰ ਵਧਾਇਆ ਜਾਂਦਾ ਓਨਾ ਹੀ ਸਾਡੇ ਲਈ ਮੁਸ਼ਕਲਾਂ ਪੈਦਾ ਹੁੰਦੀਆਂ, ਕਿਉਂਕਿ ਮੇਰੀ ਭੈਣ ਦੀ ਸਿਹਤ ਵਿਗੜਦੀ ਜਾ ਰਹੀ ਸੀ। ਉਸ ਦਾ ਬਦਲਦਾ ਪੀਲਾ ਰੰਗ ਕਿਸੇ ਨੂੰ ਵੀ ਸ਼ੱਕੀ ਬਣਾ ਸਕਦਾ ਸੀ। ਇਸੇ ਲਈ ਮੰਮੀ ਨੇ ਉਸ ਦਾ ਸਕੂਲ ਛਡਾ ਦਿੱਤਾ। ਉਹ ਪੂਰੀ ਤਰ੍ਹਾਂ ਕਮਰੇ ਦੀ ਹੀ ਹੋ ਕੇ ਰਹਿ ਗਈ ਸੀ। ਮੈਂ ਕਿਸੇ ਤਰ੍ਹਾਂ ਇਹਨਾਂ ਦਾਗਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਾ ਮੰਨੀ। ਮੈਂ ਰਸੋਈ ਵਿੱਚ ਖੜੀ ਦੁੱਧ ਗਰਮ ਕਰ ਰਹੀ ਸੀ। ਮੇਰਾ ਖਿਆਲ ਲਗਾਤਾਰ ਭੈਣ ਵੱਲ ਸੀ। ਦੁੱਧ ਨੂੰ ਗਰਮ ਕਰਕੇ ਮੈਂ ਗਲਾਸ ਵਿੱਚ ਪਾਇਆ ਅਤੇ ਆਪਣੀ ਜੇਬ ਵਿੱਚੋਂ ਇੱਕ ਛੋਟੀ ਜਿਹੀ ਬੋਤਲ ਕੱਢੀ। ਉਸ ਬੋਤਲ ਵਿੱਚ ਗਰਭਪਾਤ ਦੀ ਦਵਾਈ ਸੀ। ਮੈਂ ਬੋਤਲ ਖੋਲੀ ਅਤੇ ਗਲਾਸ ਵਿੱਚ ਦਵਾਈ ਮਿਲਾਉਣ ਲੱਗੀ। ਮੇਰੇ ਹੱਥ ਕੰਬ ਰਹੇ ਸਨ ਕਿ ਮੈਂ ਕਿਸੇ ਦੀ ਜਾਨ ਲੈਣ ਜਾ ਰਹੀ ਹਾਂ, ਪਰ ਇਸ ਵਾਰ ਮੈਂ ਸਿਰਫ ਉਸ ਦੀ ਭਲਾਈ ਲਈ ਹੀ ਕਰ ਰਹੀ ਸੀ। ਮੈਂ ਆਪਣੀਆਂ ਅੱਖਾਂ ਸਾਹਮਣੇ ਆਪਣੀ ਭੈਣ ਨੂੰ ਆਪਣੀ ਜ਼ਿੰਦਗੀ ਬਰਬਾਦ ਕਰਦਿਆਂ ਨਹੀਂ ਦੇਖ ਸਕਦੀ ਸੀ। ਉਹ ਆਪ ਤਾਂ ਬੱਚੀ ਸੀ, ਇਸ ਲਈ ਉਹ ਬੱਚੇ ਨੂੰ ਕਿਵੇਂ ਸੰਭਾਲ ਸਕਦੀ ਸੀ? ਉਹ ਵੀ ਨਾਜਾਇਜ਼ ਬੱਚਾ। ਲੋਕ ਉਸ ਨੂੰ ਤਾਨੇ ਮਾਰ ਕੇ ਮਾਰ ਦਿੰਦੇ। ਦੁਨੀਆ ਅਜਿਹੀ ਔਰਤ ਨੂੰ ਕਿਵੇਂ ਜੀਣ ਦਿੰਦੀ ਹੈ? ਉਹ ਤਾਂ ਔਰਤ ਵੀ ਨਹੀਂ ਸੀ। ਮੈਂ ਉਸ ਨੂੰ ਉਸ ਤੇ ਇੰਨਾ ਵੱਡਾ ਅਪਰਾਧ ਨਹੀਂ ਕਰਨ ਦੇ ਸਕਦੀ ਸੀ। ਇਸ ਲਈ ਮੈਂ ਦਵਾਈ ਮਿਲਾ ਦਿੱਤੀ ਸੀ ਤਾਂ ਕਿ ਸੱਪ ਵੀ ਮਰ ਜਾਵੇ ਅਤੇ ਸੋਟੀ ਵੀ ਨਾ ਟੁੱਟੇ। ਗਲਾਸ ਵਿੱਚ ਦਵਾਈ ਮਿਲਾਉਣ ਤੋਂ ਬਾਅਦ ਮੈਂ ਬੋਤਲ ਬੰਦ ਕਰਕੇ ਵਾਪਸ ਜੇਬ ਵਿੱਚ ਪਾ ਲਈ। ਫਿਰ ਇੱਕ ਚਮਚਾ ਲੈ ਕੇ ਦਵਾਈ ਨੂੰ ਦੁੱਧ ਵਿੱਚ ਚੰਗੀ ਤਰ੍ਹਾਂ ਮਿਲਾਇਆ। ਉਸ ਦੁੱਧ ਦਾ ਗਲਾਸ ਲੈ ਕੇ ਆਪਣੀ ਭੈਣ ਵੱਲ ਜਾਣ ਲੱਗੀ। ਮੈਂ ਸੋਚ ਰਹੀ ਸੀ ਕਿ ਜੋ ਕੰਮ ਮੈਂ ਕਰ ਰਹੀ ਸੀ ਉਹ ਗਲਤ ਸੀ, ਪਰ ਮੇਰੀ ਨੀਅਤ ਗਲਤ ਨਹੀਂ ਸੀ। ਮੈਂ ਬਸ ਇਸ ਸਮੱਸਿਆ ਤੋਂ ਛੁਟਕਾਰਾ ਪਾਉਣਾ ਸੀ ਤਾਂ ਜੋ ਅਸੀਂ ਸਾਰੇ ਪਹਿਲਾਂ ਵਾਂਗ ਖੁਸ਼ਹਾਲ ਜ਼ਿੰਦਗੀ ਜੀ ਸਕੀਏ। ਜਦੋਂ ਮੈਂ ਉਸ ਦੇ ਕਮਰੇ ਵਿੱਚ ਗਈ ਤਾਂ ਉਹ ਬੈੱਡ ਤੇ ਲੇਟੀ ਹੋਈ ਸੀ। ਮੈਂ ਜਾ ਕੇ ਉਸ ਨੂੰ ਦੁੱਧ ਦਿੱਤਾ ਅਤੇ ਕਿਹਾ ਕਿ ਇਸ ਨੂੰ ਪੀ ਲਓ, ਮੈਂ ਹੁਣੇ ਹੀ ਗਰਮ ਕੀਤਾ ਹੈ।
ਉਹ ਮੇਰੇ ਹੱਥੋਂ ਦੁੱਧ ਪੀਣ ਲੱਗੀ ਤੇ ਅਜੀਬ ਨਜ਼ਰਾਂ ਨਾਲ ਮੇਰੇ ਵੱਲ ਦੇਖਣ ਲੱਗੀ। ਉਹ ਮੇਰੇ ਵੱਲ ਬੜੇ ਧਿਆਨ ਨਾਲ ਦੇਖ ਰਹੀ ਸੀ। ਮੈਂ ਉਸ ਦੀਆਂ ਨਜ਼ਰਾਂ ਤੋਂ ਡਰਨ ਲੱਗੀ। ਮੈਂ ਉੱਠ ਕੇ ਆਪਣੇ ਕਮਰੇ ਵਿੱਚ ਆ ਗਈ ਅਤੇ ਉਸ ਤੋਂ ਬਾਅਦ ਮੈਂ ਉਸ ਨੂੰ ਦੁੱਧ ਰਾਹੀਂ ਹਰ ਰੋਜ਼ ਦਵਾਈ ਦੀ ਇੱਕ ਖੁਰਾਕ ਦੇਣ ਲੱਗੀ। 1 ਹਫ਼ਤੇ ਵਿੱਚ ਨਤੀਜੇ ਆਉਣੇ ਸ਼ੁਰੂ ਹੋ ਗਏ। ਹਾਲਾਂਕਿ ਦਵਾਈ ਦੀ ਪਹਿਲੀ ਖੁਰਾਕ ਤੋਂ ਹੀ ਅਸਰ ਸ਼ੁਰੂ ਹੋ ਜਾਣਾ ਚਾਹੀਦਾ ਸੀ, ਪਰ ਸ਼ਾਇਦ ਹਲਕੀ ਖੁਰਾਕ ਕਾਰਨ ਇੰਨਾ ਸਮਾਂ ਲੱਗ ਗਿਆ। ਉਸ ਦਿਨ ਵੀ ਮੈਂ ਉਸ ਨੂੰ ਦੁੱਧ ਵਿੱਚ ਮਿਲਾ ਕੇ ਦਵਾਈ ਪਿਲਾਈ ਅਤੇ ਸੌਣ ਲਈ ਕਮਰੇ ਵਿੱਚ ਆ ਗਈ। ਸਵੇਰੇ ਉੱਠ ਕੇ ਮੈਂ ਸਕੂਲ ਚਲੀ ਗਈ। ਅਸੀਂ ਸਵੇਰੇ ਜਲਦੀ ਸਕੂਲ ਜਾਣਾ ਸੀ ਕਿਉਂਕਿ ਸਾਡੇ ਸਕੂਲ ਵਿੱਚ ਮਾਤਾ ਪਿਤਾ ਅਧਿਆਪਕ ਮੀਟਿੰਗ ਸੀ, ਜਿਸ ਲਈ ਅਸੀਂ ਤਿਆਰੀ ਕਰਨੀ ਸੀ। ਮੈਂ ਆਪਣੀਆਂ ਡਾਇਰੀਆਂ ਤਿਆਰ ਨਹੀਂ ਕੀਤੀਆਂ ਸਨ, ਜਿਸ ਕਰਕੇ ਮੈਂ ਜਲਦੀ ਚਲੀ ਗਈ ਸੀ। ਇਸ ਗੱਲ ਦਾ ਮੈਨੂੰ ਪਤਾ ਨਹੀਂ ਸੀ ਕਿ ਮੇਰੇ ਪਿੱਛੇ ਤੋਂ ਮੇਰੇ ਘਰ ਦਾ ਕੀ ਹੋਵੇਗਾ। ਉਸ ਦਿਨ ਮਾਤਾ ਪਿਤਾ ਅਧਿਆਪਕ ਮੀਟਿੰਗ ਸੀ, ਇਸ ਲਈ ਸਾਰੇ ਅਧਿਆਪਕਾਂ ਦੇ ਫੋਨ ਸਵਿਚ ਆਫ ਕਰ ਦਿੱਤੇ ਸਨ। ਅਸੀਂ ਲਗਭਗ ਸਾਰਾ ਦਿਨ ਬਹੁਤ ਵਿਅਸਤ ਰਹੇ। ਜਦੋਂ 12 ਵਜੇ ਮੀਟਿੰਗ ਖਤਮ ਹੋਈ ਤਾਂ ਮੈਂ ਘਰ ਪਹੁੰਚ ਗਈ ਕਿਉਂਕਿ ਮੈਨੂੰ ਰਾਤ ਨੂੰ ਨੀਂਦ ਵੀ ਨਹੀਂ ਆਈ। ਮੇਰੀ ਭੈਣ ਦੇ ਟੈਨਸ਼ਨ ਕਾਰਨ ਨੀਂਦ ਨਾ ਆਉਣ ਕਾਰਨ ਮੇਰਾ ਬਹੁਤ ਬੁਰਾ ਹਾਲ ਸੀ। ਇਸ ਲਈ ਮੈਂ ਮੋਬਾਈਲ ਲੈ ਕੇ ਆਪਣੇ ਬੈਗ ਵਿੱਚ ਪਾ ਲਿਆ ਅਤੇ ਇਸ ਨੂੰ ਚਾਲੂ ਵੀ ਨਹੀਂ ਕੀਤਾ। ਜਦੋਂ ਮੈਂ ਘਰ ਪਹੁੰਚੀ ਤਾਂ ਪੂਰੀ ਤਰ੍ਹਾਂ ਸਨਾਟਾ ਛਾਇਆ ਹੋਇਆ ਸੀ, ਇਸ ਲਈ ਮੈਨੂੰ ਅਚਾਨਕ ਬੇਚੈਨੀ ਮਹਿਸੂਸ ਹੋਈ। ਉਸ ਸਮੇਂ ਮੰਮੀ ਅਤੇ ਮੇਰੀ ਛੋਟੀ ਭੈਣ ਸੀ ਅਤੇ ਉਹਨਾਂ ਦੀਆਂ ਆਵਾਜ਼ਾਂ ਬਾਹਰ ਤੱਕ ਆਉਂਦੀਆਂ ਸਨ। ਮੈਨੂੰ ਬਹੁਤ ਡਰ ਲੱਗ ਰਿਹਾ ਸੀ। ਮੈਂ ਧੜਕਦੇ ਦਿਲ ਨਾਲ ਅੰਦਰ ਚਲੀ ਗਈ। ਮਾਂ ਨੂੰ ਬੁਰੀ ਹਾਲਤ ਵਿੱਚ ਦੇਖ ਕੇ ਮੇਰੀ ਨੀਂਦ ਉੱਡ ਗਈ। ਮੈਂ ਤੁਰੰਤ ਆਪਣੀ ਮਾਂ ਕੋਲ ਭੱਜੀ। ਮੰਮੀ ਉੱਚੀ ਉੱਚੀ ਰੋ ਰਹੀ ਸੀ। ਜਦੋਂ ਮੰਮੀ ਹੋਸ਼ ਵਿੱਚ ਆਈ ਤਾਂ ਮੈਂ ਮੰਮੀ ਨੂੰ ਪੁੱਛਿਆ। ਅਗਲੇ ਹੀ ਪਲ ਉਸਨੇ ਮੇਰੇ ਮੂੰਹ ਤੇ ਥੱਪੜ ਮਾਰਿਆ ਅਤੇ ਅਗਲੀ ਗੱਲ ਨੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿੱਚ ਲਈ। ਮੰਮੀ ਨੇ ਕਿਹਾ ਕਿ ਮੈਂ ਪੱਥਰ ਦਿਲ ਹਾਂ, ਮੈਂ ਆਪਣੀ ਹੀ ਭੈਣ ਦੀ ਜਾਨ ਲੈ ਲਈ ਸੀ। ਮੈਂ ਹੈਰਾਨੀ ਨਾਲ ਮਾਂ ਦੀ ਗੱਲ ਸੁਣ ਰਹੀ ਸੀ। ਮੰਮੀ ਮੈਨੂੰ ਦੱਸਣ ਲੱਗੀ ਕਿ ਤੈਨੂੰ ਸ਼ਰਮ ਨਹੀਂ ਆਈ, ਤੂੰ ਮੇਰੇ ਬੱਚੀ ਦੀ ਜਾਨ ਲੈ ਲਈ। ਮੈਂ ਤੈਨੂੰ ਮਾਂ ਨਾਲੋਂ ਵੀ ਵੱਧ ਪਿਆਰ ਕੀਤਾ, ਤੂੰ ਮੇਰੇ ਬੱਚੀ ਨੂੰ ਮਾਰ ਦਿੱਤਾ। ਮੇਰੀ ਤੇਰੇ ਨਾਲ ਕੀ ਦੁਸ਼ਮਣੀ ਸੀ? ਮੈਂ ਸਫਾਈ ਵਿੱਚ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਪਰ ਮਾਂ ਨੇ ਮੇਰੀ ਇੱਕ ਨਾ ਸੁਣੀ। ਮੈਂ ਚੁੱਪਚਾਪ ਖਲੋ ਕੇ ਮਾਂ ਦੇ ਇਲਜ਼ਾਮ ਸੁਣਦੀ ਰਹੀ। ਮੰਮੀ ਠੀਕ ਕਹਿ ਰਹੀ ਸੀ। ਮੇਰੀ ਭੈਣ ਮੇਰੀ ਦਿੱਤੀ ਦਵਾਈ ਕਾਰਨ ਮਰ ਗਈ ਸੀ ਕਿਉਂਕਿ ਉਹ ਆਪ ਬੱਚੀ ਸੀ ਤੇ ਦਵਾਈ ਬਰਦਾਸ਼ਤ ਨਾ ਕਰ ਸਕੀ ਤੇ ਜ਼ਿੰਦਗੀ ਦੀ ਲੜਾਈ ਹਾਰ ਗਈ। ਮਾਂ ਨੇ ਮੈਨੂੰ ਆਪਣੀ ਭੈਣ ਦਾ ਅੰਤਿਮ ਸੰਸਕਾਰ ਵੀ ਨਹੀਂ ਦੇਖਣ ਦਿੱਤਾ। ਕੁਝ ਸਮੇਂ ਬਾਅਦ ਮੇਰੇ ਸਹੁਰੇ ਆ ਗਏ। ਮੈਂ ਸਾਰਿਆਂ ਨੂੰ ਦੱਸਿਆ ਕਿ ਮੇਰੀ ਭੈਣ ਦੀ ਮੌਤ ਕਿਰਲੀ ਵਾਲਾ ਦੁੱਧ ਪੀਣ ਨਾਲ ਜ਼ਹਿਰ ਕਾਰਨ ਹੋਈ ਹੈ। ਅਸਲੀਅਤ ਤੋਂ ਸਿਰਫ ਮੈਂ ਅਤੇ ਮੇਰੀ ਮਾਂ ਹੀ ਜਾਣਦੇ ਸੀ। ਕੁਝ ਸਮੇਂ ਬਾਅਦ ਮੇਰੀ ਭੈਣ ਨੂੰ ਦਫਨਾਇਆ ਗਿਆ ਅਤੇ ਮੈਂ ਆਪਣੀ ਭੈਣ ਨੂੰ ਆਖਰੀ ਵਾਰ ਦੇਖਣ ਤੋਂ ਵੀ ਵਾਂਝੀ ਰਹਿ ਗਈ। ਖੈਰ, ਜ਼ਿੰਦਗੀ ਫਿਰ ਤੋਂ ਆਪਣੇ ਰੂਟੀਨ ਵਿੱਚ ਵਾਪਸ ਆ ਗਈ ਸੀ। ਇਸ ਦੌਰਾਨ ਮੈਂ ਮੰਮੀ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਦਿਨ ਰਾਤ ਮੇਰੀ ਭੈਣ ਮੇਰੇ ਸੁਪਨਿਆਂ ਵਿੱਚ ਆਉਂਦੀ ਸੀ ਅਤੇ ਮੇਰੇ ਤੋਂ ਆਪਣੀ ਜ਼ਿੰਦਗੀ ਦਾ ਹਿਸਾਬ ਮੰਗਦੀ ਸੀ। ਸ਼ੁਰੂ ਵਿੱਚ ਮੈਂ ਇਸ ਨੂੰ ਆਪਣਾ ਭਰਮ ਸਮਝ ਕੇ ਭੁੱਲ ਗਈ, ਪਰ ਹੁਣ ਮੈਨੂੰ ਸੱਚੇ ਸੁਪਨੇ ਆਉਣੇ ਸ਼ੁਰੂ ਹੋ ਗਏ ਸਨ। ਇਸ ਲਈ ਮੈਂ ਕੁਝ ਦਿਨਾਂ ਲਈ ਇੱਥੋਂ ਦੂਰ ਜਾਣ ਦਾ ਫੈਸਲਾ ਕੀਤਾ। ਥਾਂ ਬਦਲਣ ਨਾਲ ਮੰਮੀ ਵੀ ਥੋੜਾ ਬਿਹਤਰ ਮਹਿਸੂਸ ਕਰਨਗੇ, ਪਰ ਮੈਂ ਉਹਨਾਂ ਸੁਪਨਿਆਂ ਕਾਰਨ ਇੱਕ ਪਲ ਲਈ ਵੀ ਸੌਂ ਨਹੀਂ ਸਕਦੀ ਸੀ। ਜਾਗਣ ਨਾਲ ਮੈਂ ਬਿਮਾਰ ਰਹਿਣ ਲੱਗ ਗਈ ਸੀ। ਹੋ ਸਕਦਾ ਹੈ ਕਿ ਜਗ੍ਹਾ ਬਦਲਣ ਨਾਲ ਸਿਹਤ ਤੇ ਚੰਗਾ ਅਸਰ ਪੈਂਦਾ। ਇਸੇ ਸਿਲਸਿਲੇ ਵਿੱਚ ਮੈਨੂੰ ਛੁੱਟੀ ਲੈਣ ਸਕੂਲ ਜਾਣਾ ਪਿਆ। ਇਸ ਲਈ ਮੈਂ ਘਰ ਨੂੰ ਤਾਲਾ ਲਗਾ ਦਿੱਤਾ। ਮੰਮੀ ਕਿਤੇ ਬਾਹਰ ਗਈ ਹੋਈ ਸੀ, ਇਸ ਲਈ ਮੈਂ ਤਾਲਾ ਲਗਾ ਕੇ ਚਾਬੀ ਆਪਣੀ ਬਰਾਬਰ ਵਾਲੀ ਆਂਟੀ ਨੂੰ ਦੇ ਦਿੱਤੀ ਤਾਂ ਕਿ ਜਦੋਂ ਮੰਮੀ ਆਵੇ ਤਾਂ ਉਸਨੂੰ ਇੰਤਜ਼ਾਰ ਨਾ ਕਰਨਾ ਪਵੇ। ਜਿਵੇਂ ਹੀ ਮੈਂ ਸਕੂਲ ਪਹੁੰਚੀ, ਪ੍ਰਿੰਸੀਪਲ ਨੇ ਮੈਨੂੰ ਕੁਝ ਦੇਰ ਲਈ ਨਾਲ ਆਉਣ ਲਈ ਕਿਹਾ। ਬੱਚਿਆਂ ਦੇ ਸਬੰਧ ਵਿੱਚ ਕੋਈ ਗੱਲ ਕਰਨੀ ਹੈ। ਇਹ ਸੁਣਦੇ ਹੀ ਉਹ ਆਪਣੇ ਨਾਲ ਪ੍ਰਿੰਸੀਪਲ ਦੇ ਕਮਰੇ ਵਿੱਚ ਚਲੀ ਗਈ। ਮੈਨੂੰ ਆਪਣੀ ਤਬੀਅਤ ਠੀਕ ਨਹੀਂ ਲੱਗੀ, ਇਸ ਲਈ ਮੈਂ ਆਪਣੇ ਆਪ ਨੂੰ ਦਿਖਾਉਣ ਲਈ ਹਸਪਤਾਲ ਆ ਗਈ। ਜਦੋਂ ਮੈਂ ਹਸਪਤਾਲ ਪਹੁੰਚੀ ਤਾਂ ਉੱਥੇ ਇੱਕ ਬੈੱਡ ਤੇ ਲੇਟੀ ਹੋਈ ਮੁਟਿਆਰ ਦੇਖੀ। ਇਹ ਕੋਈ ਹੋਰ ਨਹੀਂ ਬਲਕਿ ਮੇਰੀ ਭੈਣ ਸੀ ਜੋ ਦਰਦ ਨਾਲ ਚੀਖ ਰਹੀ ਸੀ। ਆਪਣੇ ਆਪ ਨੂੰ ਡਿੱਗਣ ਤੋਂ ਬਚਾਉਣ ਲਈ ਬੈੱਡ ਦਾ ਸਹਾਰਾ ਲਿਆ ਸੀ। ਮੇਰੀ ਮਾਂ ਡਾਕਟਰ ਅੱਗੇ ਹੱਥ ਜੋੜ ਕੇ ਮੇਰੀ ਭੈਣ ਨੂੰ ਬਚਾਉਣ ਲਈ ਬੇਨਤੀ ਕਰ ਰਹੀ ਸੀ। ਮੈਂ ਪਿੱਛੇ ਸੀ ਤਾਂ ਉਹ ਮੈਨੂੰ ਦੇਖ ਨਾ ਸਕੀ। ਖੈਰ, ਮਾਂ ਨੂੰ ਲੇਬਰ ਰੂਮ ਤੋਂ ਬਾਹਰ ਕੱਢ ਕੇ ਡਾਕਟਰ ਨੇ ਚੈੱਕਅਪ ਸ਼ੁਰੂ ਕੀਤਾ ਅਤੇ ਤੁਰੰਤ
ਤੁਰੰਤ ਭੈਣ ਨੂੰ ਆਪਰੇਸ਼ਨ ਥੀਏਟਰ ਲੈ ਗਏ। 1 ਘੰਟੇ ਦੇ ਆਪਰੇਸ਼ਨ ਤੋਂ ਬਾਅਦ ਮੇਰੀ ਭੈਣ ਦੇ ਅੰਦਰ ਇਹ ਰਸੌਲੀ ਦਾ ਝੁੰਡ ਮੇਰੇ ਹੱਥ ਵਿੱਚ ਸੀ। ਉਹ ਬੱਚਾ ਨਹੀਂ ਸੀ, ਸਗੋਂ ਇਹ ਰਸੌਲੀ ਦਾ ਝੁੰਡ ਸੀ ਜਿਸ ਨੇ ਮੇਰੀ ਭੈਣ ਦਾ ਢਿੱਡ ਸੁਜਾ ਕੇ ਵੱਡਾ ਕਰ ਦਿੱਤਾ ਸੀ। ਡਾਕਟਰ ਨੇ ਕਿਹਾ ਕਿ ਇਹ ਲੜਕੀ ਇੱਕ ਵਾਰ ਮੇਰੇ ਕੋਲ ਆਈ ਸੀ। ਉਦੋਂ ਹੀ ਮੈਨੂੰ ਉਸ ਤੇ ਰਸੌਲੀ ਹੋਣ ਦਾ ਸ਼ੱਕ ਸੀ। ਮੈਂ ਇਸ ਦੀ ਜਾਂਚ ਵੀ ਕੀਤੀ ਸੀ ਅਤੇ ਇਸ ਦੀ ਰਿਪੋਰਟ ਵੀ ਰੱਖ ਕੇ ਕਿਸੇ ਐਮਰਜੈਂਸੀ ਕੇਸ ਵਿੱਚ ਚਲੀ ਗਈ ਸੀ। ਜਦੋਂ ਉਸ ਦੀ ਮਾਂ ਵਾਪਸ ਆਈ ਤਾਂ ਉਸਨੇ ਗਲਤੀ ਨਾਲ ਇਸ ਦੀ ਬਜਾਏ ਕਿਸੇ ਹੋਰ ਦੀ ਰਿਪੋਰਟ ਲੈ ਲਈ ਅਤੇ ਇਹ ਗਲਤ ਗਰਭ ਅਵਸਥਾ ਦੀ ਰਿਪੋਰਟ ਸੀ। ਉਸ ਤੋਂ ਬਾਅਦ ਉਹ ਕਦੇ ਇੱਥੇ ਨਹੀਂ ਆਈ। ਜੇ ਕਾਸ਼ ਪਹਿਲਾਂ ਆ ਜਾਂਦੀ ਤਾਂ ਅੱਜ ਉਸ ਨੂੰ ਇੰਨੀ ਤਕਲੀਫ ਨਾ ਝੱਲਣੀ ਪੈਂਦੀ। ਮੈਂ ਉਹ ਪੈਕਟ ਫੜ ਲਿਆ ਅਤੇ ਸਿੱਧਾ ਆਪਣੀ ਮਾਂ ਕੋਲ ਗਈ। ਮੰਮੀ ਮੈਨੂੰ ਦੇਖ ਕੇ ਪੂਰੀ ਤਰ੍ਹਾਂ ਹੈਰਾਨ ਰਹਿ ਗਈ। ਉਹ ਮੈਨੂੰ ਘਰ ਛੱਡ ਕੇ ਆਈ ਸੀ। ਉਹਨਾਂ ਨੂੰ ਮੇਰੇ ਇੱਥੇ ਆਉਣ ਦੀ ਉਮੀਦ ਨਹੀਂ ਸੀ। ਮੈਂ ਰਸੌਲੀ ਦਾ ਪੈਕਟ ਮਾਂ ਨੂੰ ਫੜਾ ਕੇ ਕਿਹਾ, ਆਪਣੀ ਧੀ ਦੀ ਹਾਲਤ ਦੇਖ। ਇਹ ਰਸੌਲੀ ਜਿਸ ਨੂੰ ਤੁਸੀਂ ਬੱਚਾ ਸਮਝ ਕੇ 9 ਮਹੀਨੇ ਉਸ ਦੀ ਕੁੱਖ ਵਿੱਚ ਪਾਲਦੀ ਰਹੀ, ਅੱਜ ਉਹਨਾਂ ਨੇ ਤੇਰੀ ਧੀ ਦਾ ਸਾਰਾ ਪੇਟ ਜ਼ਖਮੀ ਕਰ ਦਿੱਤਾ। ਤੁਸੀਂ ਜਾ ਕੇ ਦੇਖੋ ਕਿ ਉਹ ਕਿੰਨੀ ਮੁਸੀਬਤ ਵਿੱਚ ਹੈ। ਮੈਂ ਮਾਂ ਨੂੰ ਪੁੱਛਿਆ ਕਿ ਉਸਨੇ ਅਜਿਹਾ ਕਿਉਂ ਕੀਤਾ, ਪਰ ਮਾਂ ਕੋਲ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਸੀ। ਸ਼ਾਇਦ ਉਸ ਨੂੰ ਮੇਰੇ ਤੇ ਸ਼ੱਕ ਸੀ ਕਿ ਮੈਂ ਉਸ ਦੀ ਧੀ ਦੀ ਹੱਤਿਆ ਕਰ ਦੇਵਾਂਗੀ ਅਤੇ ਉਸ ਨੇ ਆਪਣੀ ਧੀ ਦੀ ਮੌਤ ਦਾ ਡਰਾਮਾ ਰਚ ਕੇ ਮੈਨੂੰ ਉਸ ਤੋਂ ਦੂਰ ਰੱਖਿਆ ਅਤੇ ਮੈਂ ਹੀ ਉਹ ਸੀ ਜੋ ਪਿਛਲੇ ਕਈ ਮਹੀਨਿਆਂ ਤੋਂ ਇਸ ਬੋਝ ਹੇਠ ਸੌਂ ਨਹੀਂ ਸਕੀ ਕਿ ਮੈਂ ਆਪਣੀ ਭੈਣ ਦਾ ਕਤਲ ਕਰ ਦਿੱਤਾ। ਮੈਂ ਆਪਣੀ ਮਾਂ ਅਤੇ ਭੈਣ ਨੂੰ ਉੱਥੇ ਛੱਡ ਕੇ ਉਹਨਾਂ ਨੂੰ ਬਿਨਾਂ ਦੱਸੇ ਕਿਸੇ ਹੋਰ ਸ਼ਹਿਰ ਆ ਗਈ। ਉਸ ਦੇ ਇਸੇ ਧੋਖੇ ਨੇ ਮੈਨੂੰ ਤੋੜ ਦਿੱਤਾ ਸੀ। ਉਸ ਨੂੰ ਮੇਰੇ ਤੇ ਭਰੋਸਾ ਨਹੀਂ ਸੀ। ਮੈਂ ਜੋ ਵੀ ਕਰ ਰਹੀ ਸੀ ਉਹਨਾਂ ਦੀ ਭਲਾਈ ਲਈ ਕਰ ਰਹੀ ਸੀ। ਮੈਂ ਉੱਥੇ ਜਾ ਕੇ ਇੱਕ ਸਕੂਲ ਵਿੱਚ ਅਪਲਾਈ ਕੀਤਾ। ਮੇਰੇ ਤਜਰਬੇ ਕਾਰਨ ਮੈਨੂੰ ਨੌਕਰੀ ਮਿਲ ਗਈ ਅਤੇ ਇੱਕ ਔਰਤ ਨੇ ਮੈਨੂੰ ਆਪਣੇ ਘਰ ਰਹਿਣ ਦੀ ਪੇਸ਼ਕਸ਼ ਵੀ ਕੀਤੀ। ਹੁਣ ਮਾਂ ਅਤੇ ਛੋਟੀ ਭੈਣ ਦੇ ਖਾਤੇ 'ਚ ਪੈਸੇ ਭੇਜ ਰਹੀ ਹਾਂ, ਪਰ ਮੇਰੇ ਵਿੱਚ ਕਦੇ ਵੀ ਉਹਨਾਂ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਸੀ, ਕਿਉਂਕਿ ਜਦੋਂ ਮੈਂ ਅਜਿਹਾ ਸੋਚਦੀ ਹਾਂ ਤਾਂ ਮੈਨੂੰ ਆਪਣੀਆਂ ਬੇਚੈਨ ਰਾਤਾਂ ਯਾਦ ਆਉਂਦੀਆਂ ਹਨ ਜਦੋਂ ਮੈਨੂੰ ਮੇਰੀ ਭੈਣ ਦੀ ਮੌਤ ਦੀ ਖਬਰ ਮਿਲੀ। ਦੋਸਤੋ, ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ। ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਾਂ, ਕਿਰਪਾ ਕਰਕੇ ਨੋਟੀਫਿਕੇਸ਼ਨ ਨੂੰ ਦਬਾਓ ਤਾਂ ਜੋ ਅਗਲੀ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਧੰਨਵਾਦ।